Dear students, today we will learn how to prepare various ledger accounts at the time of admission of new partner. Generally, we prepare these three ledger accounts at the time of admission of new partner. First one is a revaluation account, another one is partner's capital account, and new balance sheet. We have already discussed about the accounting treatment of reserves and surpluses, accounting treatment of goodwill, calculation of new ratio, sacrificing ratio, extras. In this video, we will learn how to prepare capital account after admission of new partner and new balance sheet after the joining of a new partner. So let's start. Revaluation account I have already explained to you. You can watch my previous video. Clear? But today I am taking one numerical example to explain these three accounts. Here it is. As per the numerical, M and S are partners sharing profits in the ratio of 2:1. Their balance sheet stood at 31st March 2018. ਜਿਹੜੀ ਇਹ ਵਾਲੀ ਬੈਲੈਂਸ ਸ਼ੀਟ ਸਾਨੂੰ ਗਿਵਨ ਆ ਇਹ ਹੈਗੀ ਉਹਨਾਂ ਦੀ ਪਾਰਟਨਰਸ ਦੀ 올ਡ ਬੈਲੈਂਸ ਸ਼ੀਟ ਆਰ a differently abled person is very efficient in office management. He is admitted to partnership with effect from 1st April 2018 on the following terms. M ਤੇ S ਨੇ ਦੋਨਾਂ ਨੇ ਮਿਲ ਕੇ ਐਗਰੀਮੈਂਟ ਕੀਤਾ ਨਿਊ ਐਗਰੀਮੈਂਟ ਜਿਹਦੇ ਵਿੱਚ ਉਹਨਾਂ ਨੇ R ਨੂੰ ਜੁਆਇਨ ਕਰ ਲਿਆ R ਨੂੰ ਐਡਮਿਟ ਕੀਤਾ ਤੇ R ਕੀ ਸੀਗਾ ਆਫਿਸ ਮੈਨੇਜਮੈਂਟ ਦੇ ਵਿੱਚ ਕੋਈ ਪ੍ਰੋਫੈਸ਼ਨਲ ਸੀ ਠੀਕ ਹੈ ਜਦੋਂ ਵੀ ਆਪਾਂ ਕਿਸੇ ਨਵੇਂ ਪਾਰਟਨਰ ਨੂੰ ਆਪਾਂ ਐਡਮਿਟ ਕਰਦੇ ਹਾਂ ਕੋਈ ਨਾ ਕੋਈ ਉਹਦੀ ਜਿਹੜੀ ਹੈਗੀ ਡਿਫਰੈਂਟ ਕੁਆਲਿਟੀ ਹੁੰਦੀ ਜਿਹਦੇ ਬੇਸ 'ਤੇ ਆਪਾਂ ਉਹਨੂੰ ਐਡਮਿਸ਼ਨ ਦਿੰਦੇ ਆ ਇਹ ਸਿਰਫ ਇੱਕ ਵੈਲਿਊ ਬੇਸਡ ਕੁਐਸਚਨ ਆ ਇਹਦਾ ਵਿੱਚ ਇਹਦਾ ਕੋਈ ਰੋਲ ਨਹੀਂ ਅਕਾਊਂਟਸ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਸਿਰਫ ਆਫਿਸ ਮੈਨੇਜਮੈਂਟ ਉਹਦੀ ਇੱਕ ਕੁਆਲਿਟੀ ਹੈ ਠੀਕ ਹੈ ਇਹਨੂੰ ਇਗਨੋਰ ਕਰੋ ਇਨਫੋਰਮੇਸ਼ਨ ਦੀ ਦੇਖੋ ਫੋਲੋਇੰਗ ਟਰਮਸ ਕਿਹੜੀ ਟਰਮਸ ਆ ਹੀ ਬ੍ਰਿੰਗਸ ਰੁਪੀਜ਼ 15,000 ਐਜ਼ ਕੈਪੀਟਲ ਫॉर 1/4 ਸ਼ੇਅਰ R ਨੇ 15,000 रुपीज़ कंट्रीब्यूट किए कैपिटल दे 1/4 शेयर मिलना एंड 6,000 फॉर गुडविल कैपिटल दी ते गुडविल दी आपां जर्नल एंट्री की पैनी आ ते ओदी जिहड़ी हैगी डिस्ट्रीब्यूशन किद्दां होनी आ वो आपां प्रीवियस वीडियो च डिस्कस कर चुके हैं अज सिर्फ उन्हां दी कैपिटल अकाउंट्स दे विच जां बैलेंस शीट दे विच ट्रीटमेंट दिखांगे ठीक है तो अगे सानूं इदां ही उन्हां ने टर्म्स एंड कंडीशनस दित्तियां होईयां ਜਿਹਦੇ ਬੇਸ 'ਤੇ ਆਪਾਂ ਪਹਿਲਾਂ ਰੀਵੈਲੂਏਸ਼ਨ ਅਕਾਊਂਟ ਬਣਾਉਣਾ ਰੀਵੈਲੂਏਸ਼ਨ ਅਕਾਊਂਟ ਬਣਾਉਣ ਲਈ ਦੇਖੋ ਸੈਕੰਡ ਐਡਜਸਟਮੈਂਟ ਕੀ ਹੈ ਦੇਅਰ ਇਜ਼ ਲਾਈਕਲੀ ਟੂ ਬੀ ਅ ਕਲੇਮ ਅਗੇਂਸਟ ਦਾ ਫਰਮ ਫॉर ਡੈਮੇजेस ਫॉर ਵਿਚ ਅ ਪ੍ਰੋਵੀਜ਼ਨ ਟੂ ਦੀ ਐਕਸਟੈਂਟ ਆਫ ₹1500 ਇਜ਼ ਟੂ ਬੀ ਮੇਡ ਹੁਣ ਜਦੋਂ ਕੋਈ ਨਵੀਂ ਪ੍ਰੋਵੀਜ਼ਨ ਬਣਾਵਾਂਗੇ ਉਹਦੇ ਨਾਲ ਸਾਡੀ ਇੱਕ ਲਾਇਬਿਲਿਟੀ ਇਨਕਰੀਜ਼ ਹੋ ਜਾਣੀ ਆ ਤੇ ਜੇ ਲਾਇਬਿਲਿਟੀ ਇਨਕਰੀਜ਼ ਹੁੰਦੀ ਆ ਉਹਨੂੰ ਆਪਾਂ ਰੀਵੈਲੂਏਸ਼ਨ 'ਚ ਡੈਬਿਟ ਸਾਈਡ ਤੇ ਰਿਕਾਰਡ ਕਰਦੇ ਹਾਂ ਉਹਨੂੰ ਲਿਖਾਂਗੇ ਟੂ ਪ੍ਰੋਵੀਜ਼ਨ ਫॉर ਡੈਮੇजेस ਜਿੰਨੀ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਆ ਐਜ਼ ਇਟ ਉਹਨੂੰ ਰਿਪੋਰਟ ਕਰ ਲਾਂਗੇ 1500 ਦੀ ਫਿਰ ਦੇਖੋ ਨੈਕਸਟ ਹੈਗਾ ਅ ਬਿਲ ਫॉर ₹300 ਫॉर ਇਲੈਕਟ੍ਰਿਸਿਟੀ ਚਾਰजेस हैज़ बीन omitted टू बी अकाउंटेड ਕੋਈ ਇਲੈਕਟ੍ਰਿਸਿਟੀ ਚਾਰजेस ਦਾ ਆਪਾਂ ਬਿੱਲ ਪੇ ਕਰਨਾ ਸੀ ਜਿਹੜਾ omitted means ਉਹ ਮਿਸ ਹੋ ਗਿਆ ਆਪਾਂ ਉਹਨੂੰ ਰਿਕਾਰਡ ਨਹੀਂ ਕੀਤਾ ਜੇ ਉਹਨੂੰ ਵੀ ਰਿਕਾਰਡ ਕਰਾਂਗੇ ਤੇ ਉਹਦੇ ਨਾਲ ਵੀ ਸਾਡੀ ਲਾਇਬਿਲਿਟੀ ਐਕਸਟੈਂਡ ਹੋ ਜਾਣੀ ਹੈ ਟੂ ਪ੍ਰੋਵੀਜ਼ਨ ਫॉर ਆਊਟਸਟੈਂਡਿੰਗ ਇਲੈਕਟ੍ਰਿਸਿਟੀ ਬਿੱਲ ਜਿੰਨੇ ਦੀ ਉਹਨਾਂ ਨੇ ਲਾਇਬਿਲਿਟੀ ਗਿਵਨ ਆ ਐਜ਼ ਇਟ ਹੀ ਉਹਨੂੰ ਰਿਕਾਰਡ ਕਰਾਂਗੇ ਫਿਰ ਦੇਖੋ ਸਟਾਕ ਇਜ਼ ਟੂ ਬੀ ਰਿਡਿਊਸਡ ਟੂ ₹23,000 ਜਿੱਥੇ ਇਹਨਾਂ ਨੇ ਰਿਡਿਊਸਡ ਟੂ ਵਰਡ ਲਿਖਿਆ ਰਿਡਿਊਸਡ ਟੂ ਇਹਦਾ ਮਤਲਬ ਕੀ ਆ ਉਹਦੀ ਵੈਲਿਊ ਰਿਡਿਊਸ ਹੋ ਕੇ ਇੰਨੀ ਰਹਿ ਗਈ ਫਿਰ ਆਪਾਂ ਬੈਲੈਂਸ ਸ਼ੀਟ ਦੇ ਵਿੱਚੋਂ ਉਹਦੀ ਬੁੱਕ ਵੈਲਿਊ ਲਵਾਂਗੇ ਕਿੰਨੀ ਸੀ ਪਹਿਲਾਂ ਬੁੱਕ ਵੈਲਿਊ 25,000
ਹੁਣ ਰਿਡਿਊਸ ਹੋ ਕੇ ਰਹਿ ਗਈ 23000 ਦੀ। ਇਹਦਾ ਮਤਲਬ ਰਿਡਕਸ਼ਨ ਕਿੰਨੀ ਆਈ ਆ 2000 ਦੀ, ਤੇ ਉਹਨੂੰ ਆਪਾਂ ਡੈਬਿਟ ਸਾਈਡ ਤੇ ਰਿਕਾਰਡ ਕਰਾਂਗੇ ਟੂ ਸਟਾਕ ਅਕਾਊਂਟ ਰਿਡਿਊਸਡ ਵਿਦ ₹2000। ਫਰਨੀਚਰ ਐਂਡ ਫਿਕਸਚਰਸ ਰਿਡਿਊਸਡ ਬਾਈ 1000। ਇਹ 'ਚ ਬਾਈ ਵਰਡ ਲਿਖਿਆ, ਮਤਲਬ ਕਿ 1000 ਦੀ ਵੈਲਿਊ ਉਹਨਾਂ ਦੀ ਰਿਡਿਊਸ ਹੋ ਗਈ, ਤੇ ਆਪਾਂ ਇਹਨੂੰ ਐਜ਼ ਇਟ ਹੀ ਰਿਕਾਰਡ ਕਰਾਂਗੇ ਟੂ ਫਰਨੀਚਰ ਐਂਡ ਫਿਕਸਚਰਸ ਅਕਾਊਂਟ reduced by ₹1000। 5% reserve for bad and doubtful debts to be created। ਜਦੋਂ ਆਪਾਂ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਕ੍ਰੀਏਟ ਕਰਨੀ ਹੈ, ਸੈਂਡਰੀ ਡੈਟਰਸ ਤੇ ਲਗਾਵਾਂਗੇ। ਸੈਂਡਰੀ ਡੈਟਰਸ ਗਿਵਨ ਆ 15000, ਉਹਦਾ 5% ਕੈਲਕੂਲੇਟ ਕਰਾਂਗੇ ਐਂਡ ਵੀ ਵਿਲ ਗੈਟ 750 to provision for doubtful debts will be debited with ₹750। The value of land and building is to be appreciated by 20%। ਬਿਲਡਿੰਗ ਤੇ ਲੈਂਡ ਦੀ ਜਿਹੜੀ ਵੈਲਿਊ ਹੈ ਐਪਰੀਸ਼ੀਏਟ ਹੋ ਗਈ, ਸੋ ਇਹਨੂੰ ਆਪਾਂ ਕਰਾਂਗੇ ਕ੍ਰੈਡਿਟ ਲੈਂਡ ਐਂਡ ਬਿਲਡਿੰਗ ਅਕਾਊਂਟ। ਇਹਦੀ ਬੁੱਕ ਵੈਲਿਊ ਗਿਵਨ ਸੀਗੀ 30000 ਦੀ, 20% ਇਹਦਾ ਅਪਲਾਈ ਕਰਾਂਗੇ, ਇਹ ਆ ਗਿਆ 6000 ਤੇ ਐਸੈਟ ਦੀ ਵੈਲਿਊ 6000 ਦੇ ਨਾਲ ਇਨਕਰੀਜ਼ ਹੋ ਗਈ। ਲਾਸਟ ਐਡਜਸਟਮੈਂਟ that included in sundry creditors is an item of ₹1200 which is not paid, hence written back। ਇਹ ਐਡਜਸਟਮੈਂਟ ਬਹੁਤ ਇੰਪੋਰਟੈਂਟ ਆ। ਕਦੀ ਲਿਖਿਆ ਹੁੰਦਾ an item included in creditors which is not likely to claim ਜਾਂ ਫਿਰ which is not paid, one of the same thing। ਤੇ ਜਿਹੜਾ ਇਹਦਾ ਮਤਲਬ ਕੀ ਆ ਕਿ ਕ੍ਰੈਡਿਟਰਸ ਦੇ ਵਿੱਚ ਕੁਛ ਇੱਦਾਂ ਦਾ ਅਮਾਊਂਟ ਇਨਕਲੂਡ ਆ ਜਿਹੜਾ ਆਪਾਂ ਉਹਨੂੰ ਪੇ ਨਹੀਂ ਕਰਨਾ, ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ, ਕੁਛ ਵੈਲਿਊ ਜ਼ਿਆਦਾ ਰਿਕਾਰਡ ਕਰ ਲਈ ਜਾਂ ਗਲਤ ਰਿਕਾਰਡ ਕਰ ਲਈ, ਜਿਹੜੀ ਆਪਾਂ ਪੇ ਨਹੀਂ ਕਰਨੀ, ਤੇ ਉਹ ਸਾਡੀ ਲਾਇਬਿਲਿਟੀ ਰਿਡਿਊਸ ਹੋ ਜੂਗੀ, ਤੇ ਉਹਨੂੰ ਆਪਾਂ ਕ੍ਰੈਡਿਟ ਸਾਈਡ ਤੇ ਰਿਕਾਰਡ ਕਰਾਂਗੇ ਬਾਈ ਸੈਂਡਰੀ ਕ੍ਰੈਡਿਟਰਸ amounting to ₹1200। now take the difference of both sides and get the amount of profit or loss on revaluation। 7200, I have already calculated the profit on revaluation, that is 1650 to profit on revaluation transfer to partners capital account 1650। by taking the difference of both sides we get 1650, and same will be distributed between existing partners, that is M and S, in their old profit sharing ratio। revaluation ਦੇ profit ਨੂੰ ਹਮੇਸ਼ਾ old ratio ਦੇ ਵਿੱਚ distribute ਕਰਨਾ, that is 2/3 and 1/3, it will be 1100 and 550। revaluation account ਨੂੰ ਕਰ ਲਓ close। now you have to prepare capital accounts। while preparing capital accounts we will take existing partners as well as new partner into account। ਠੀਕ ਹੈ, MS old partner ਸੀਗੇ, ਇਹਨਾਂ ਨੂੰ ਆਪਾਂ ਕੰਪੀਟੀਸ਼ਨ 'ਚ ਲੈਣਾ, ਉਸ ਤੋਂ ਬਾਅਦ ਜਿਹੜਾ ਨਿਊ ਪਾਰਟਨਰ ਐਡਮਿਟ ਹੋਇਆ ਉਹਨੂੰ। ਸਭ ਤੋਂ ਪਹਿਲਾਂ ਆਪਾਂ ਇਹਨੂੰ ਸਟਾਰਟ ਕਰਾਂਗੇ ਬਾਈ ਬੈਲੈਂਸ ਬਰੋ ਡਾਊਨ, ਜਿਹੜੇ ਉਹਨਾਂ ਦੇ ਬੈਲੈਂਸ ਓਲਡ ਬੈਲੈਂਸ ਸ਼ੀਟ ਦੇ ਵਿੱਚ ਗਿਵਨ ਆ। M ਦਾ ਬੈਲੈਂਸ ਗਿਵਨ ਆ 30000, S ਦਾ 20000, ਸੋ ਸੇਮ ਵਿਲ ਬੀ ਰਿਕਾਰਡਡ ਟੂ M and S account and R will be left blank। ਹੁਣ ਦੇਖੋ R ਨੂੰ ਜਦੋਂ ਜੁਆਇਨ ਕਰਵਾਇਆ ਆਪਾਂ, ਐਡਮਿਸ਼ਨ ਦਿੱਤੀ ਆ, ਉਹਦੇ ਵਿੱਚ ਉਹਨੇ ਕਿੰਨਾ ਅਮਾਊਂਟ ਕੰਟਰੀਬਿਊਟ ਕੀਤਾ ਕੈਪੀਟਲ ਦਾ 15000। ਜਿੰਨਾ ਅਮਾਊਂਟ ਉਹਨੇ ਕੈਪੀਟਲ ਦਾ ਕੰਟਰੀਬਿਊਟ ਕੀਤਾ ਉਹਦੀ ਆਪਾਂ ਐਂਟਰੀ ਰਿਕਾਰਡ ਕਰਾਂਗੇ ਕੈਸ਼ ਅਕਾਊਂਟ ਨਾਲ ਜਾਂ ਬੈਂਕ ਅਕਾਊਂਟ ਨਾਲ। ਹੁਣ ਇਹ ਦੇਖੋ ਕੈਸ਼ ਲਿਖਣਾ ਜਾਂ ਬੈਂਕ, ਉਹ ਡਿਪੈਂਡ ਕਰਦਾ ਤੁਹਾਡੇ ਨਿਊਮੈਰੀਕਲ 'ਤੇ। ਜੇ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਇਨ ਹੈਂਡ ਲਿਖਿਆ ਹੋਵੇ ਫਿਰ ਕੈਸ਼ ਅਕਾਊਂਟ, ਜੇ ਕੈਸ਼ ਐਟ ਬੈਂਕ ਜਾਂ ਇਕੱਲਾ ਬੈਂਕ ਲਿਖਿਆ ਹੋਵੇ ਫਿਰ ਬੈਂਕ ਅਕਾਊਂਟ, ਜੇ ਦੋਨੋਂ ਲਿਖੇ ਹੋਣ ਫਿਰ ਆਪਾਂ ਕੋਈ ਵੀ ਵਿੱਚ ਮੈਂਸ਼ਨ ਕਰ ਸਕਦੇ ਹਾਂ। ਇਸ ਕਰਕੇ ਆਪਾਂ ਇਹ 'ਚ ਲਿਖਾਂਗੇ ਬੈਂਕ ਅਕਾਊਂਟ। ਬੈਂਕ ਅਕਾਊਂਟ ਦੇ ਵਿੱਚ ਅਮਾਊਂਟ ਆ ਜਾਊਗਾ ਆਰ ਦੇ ਕੋਲਮ 'ਚ 15000 ਦਾ ਅਮਾਊਂਟ ਕੰਟਰੀਬਿਊਟਡ ਐਜ਼ ਕੈਪੀਟਲ। ਕਲੀਅਰ। ਫਿਰ ਦੇਖੋ ਨੈਕਸਟ ਟਰਮ ਕੀ ਸੀ, ਉਹਨੇ 6000 ਰੁਪੀਜ਼ ਪੇ ਕਰਨੇ ਆ ਆਪਣੀ ਗੁੱਡਵਿਲ ਦੇ,
ਇਹਦੇ ਵਿੱਚ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨਹੀਂ ਦਿੱਤੀ। ਇਹਦਾ ਮਤਲਬ ਜੋ ਉਹਨਾਂ ਦੀ 올ਡ ਰੇਸ਼ੋ ਆ ਸੇਮ ਵਿਲ ਬੀ ਸੈਕਰੀਫਾਈਸਿੰਗ ਰੇਸ਼ੋ। ਅਤੇ ਇਸੇ ਗੁੱਡਵਿਲ ਨੂੰ ਆਪਾਂ ਡਿਸਟਰੀਬਿਊਟ ਕਰ ਦੇਵਾਂਗੇ। ਉਹਦੇ ਲਈ ਆਪਾਂ ਯੂਜ਼ ਕਰਦੇ ਸੀ ਪ੍ਰੀਮੀਅਮ ਫॉर ਗੁੱਡਵਿਲ ਅਕਾਊਂਟ। ਪ੍ਰੀਮੀਅਮ ਫॉर ਗੁੱਡਵਿਲ 6000 ਆ, ਉਹਨੂੰ ਆਪਾਂ 2:1 ਦੀ ਰੇਸ਼ੋ ਦੇ ਵਿੱਚ ਡਿਸਟਰੀਬਿਊਟ ਕਰਾਂਗੇ ਅਤੇ ਆ ਜਾਊਗਾ 4000 ਅਤੇ 2000। ਕਲੀਅਰ। ਇਸ ਤੋਂ ਇਲਾਵਾ ਦੇਖੋ ਕੋਈ ਵੀ ਰਿਜ਼ਰਵਸ ਜਾਂ ਕੋਈ ਫਿਕਟੀਸ਼ੀਅਸ ਐਸੈਟ ਹੈਗਾ ਰਾਈਟ ਆਫ ਕਰਨ ਲਈ, ਉਹਦੀ ਆਪਾਂ ਟਰੀਟਮੈਂਟ ਕਰਨੀ ਹੈ ਜਿੱਦਾਂ ਆਪਾਂ ਅਕਾਊਂਟਿੰਗ ਟਰੀਟਮੈਂਟ ਆਫ ਰਿਜ਼ਰਵਸ ਕਰਦੇ ਸੀ, ਸੇਮ ਉੱਦਾਂ ਹੀ। ਫਿਰ ਜਿਹੜਾ ਤੁਸੀਂ ਪ੍ਰੋਫਿਟ ਕੈਲਕੂਲੇਟ ਕੀਤਾ ਰੀਵੈਲੂਏਸ਼ਨ ਦਾ, ਉਹਨੂੰ ਰਿਕਾਰਡ ਕਰਾਂਗੇ ਬਾਏ ਪ੍ਰੋਫਿਟ ਔਨ ਰੀਵੈਲੂਏਸ਼ਨ, that is 1100 for M, 550 for S, and R will be left blank. Clear? ਹੁਣ ਡੈਬਿਟ ਸਾਈਡ ਤੇ ਦੇਖੋ ਆਪਾਂ ਕੀ ਰਿਕਾਰਡ ਕਰਨਾ। ਜਿੱਥੇ ਉਹਨਾਂ ਨੇ ਗੁੱਡਵਿਲ ਦੀ ਐਂਟਰੀ ਲਿਖੀ ਹੈ ਨਾਲ ਉਹਨਾਂ ਨੇ ਲਿਖਿਆ ਹਾਫ ਆਫ ਵਿਚ ਇਜ਼ ਟੂ ਬੀ ਵਿਡਰੋਨ ਬਾਏ M and S। ਹੁਣ ਗੁੱਡਵਿਲ ਦਾ ਅਮਾਊਂਟ ਆਪਾਂ ਕ੍ਰੈਡਿਟ ਕੀਤਾ 4000 2000, ਇਹਦਾ ਹਾਫ ਉਹਨਾਂ ਨੇ ਵਿਡਰੋ ਕਰ ਲਿਆ, ਉਹਨੂੰ ਰਿਕਾਰਡ ਕਰਾਂਗੇ ਟੂ कैश अकाउंट और बैंक अकाउंट। अब आप पहले डिस्कस कर लिया कि कैश अकाउंट में एंट्री नहीं पैनी, इस करके कैश की जगह लिखांगे बैंक अकाउंट। और अमाउंट आ जाऊगा 4000 का हाफ कर लो 2000, 2000 का हाफ कर लो 1000। हाफ अमाउंट उन्होंने विड्रॉ कर लिया। क्लियर। नाउ वी विल गेट द बैलेंसिंग फिगर टू बैलेंस कैरी डाउन। इट विल बी, आई हैव ऑलरेडी कैलकुलेटेड देयर बैलेंसेस, 33,100 for M, 21,550 for S, and 15,000 for R. Clear? Now get the total of both sides. After preparing the capital accounts, we need to prepare new balance sheet. Balance sheet of new firm after admission. We will prepare the format of a balance sheet. That we already know how to prepare the format of balance sheet, that is liabilities, amount, assets, amount. Clear? To prepare balance sheet, we have to check the previous balance sheet. देखो ਇਹਦੀ ਜਿਹੜੀ ਪੁਰਾਣੀ बैलेंस शीट है, ओल्ड बैलेंस शीट चेक करांगे। ਉਹਦੇ ਚ ਕੀ ਆ, ਸਭ ਤੋਂ ਫਸਟ बैलेंस ਦਿੱਤਾ कैश एट बैंक ਦਾ। ਇਹਦੇ ਚ ਵੀ ਐਜ਼ ਇਟ ਹੀ ਲੈ ਲਓ कैश एट बैंक। ਹੁਣ कैश एट बैंक ਦੇ ਵਿੱਚ ਕਿਹੜਾ बैलेंस ਆਪਾਂ ਰਿਕਾਰਡ ਕਰਨਾ। ਫਸਟ ਹੈਗਾ 17,000 ਜਿਹੜਾ ਸਾਨੂੰ बैलेंस ਗਿਵਨ ਆ। ਇਹਦੇ ਵਿੱਚ ਪਲੱਸ ਕਰਾਂਗੇ ਜਿੰਨਾ ਅਮਾਊਂਟ ਕੰਟਰੀਬਿਊਟ ਕੀਤਾ ਨਿਊ ਪਾਰਟਨਰ ਨੇ ਕੈਪੀਟਲ ਦਾ 15,000, ਪਲੱਸ ਕਰਾਂਗੇ ਜਿੰਨਾ ਉਹਨੇ ਅਮਾਊਂਟ ਗੁੱਡਵਿਲ ਦਾ ਕੰਟਰੀਬਿਊਟ ਕੀਤਾ, ਦੈਟ ਇਜ਼ 6000। ਠੀਕ ਆ, ਇਹ ਆ ਗਿਆ 38,000। ਇਹਦੇ ਵਿੱਚੋਂ ਮਾਈਨਸ ਕਰਾਂਗੇ ਜਿੰਨਾ ਉਹਨਾਂ ਨੇ ਅਮਾਊਂਟ ਵਿਡਰੋ ਕਰ ਲਿਆ। ਹਾਫ ਗੁੱਡਵਿਲ ਵਿਡਰੋ ਕੀਤੀ ਸੀ 3000। ਜਿਹੜਾ ਬੈਲੈਂਸ ਬਚ ਗਿਆ ਦੈਟ ਵਿਲ ਬੀ ਰਿਕਾਰਡਡ ਇਨ ਬੈਲੈਂਸ ਸ਼ੀਟ 35,000। ਕਲੀਅਰ। ਨੈਕਸਟ ਹੈਗਾ ਸੈਂਡਰੀ ਡੈਟਰਸ। ਸੈਂਡਰੀ ਡੈਟਰ 15,000 ਦੀ ਗਿਵਨ ਆ। ਇਹਦੇ ਵਿੱਚ ਜਿੰਨੀ ਪ੍ਰੋਵੀਜ਼ਨ ਸੀ ਉਹਦਾ ਬੈਲੈਂਸ ਮਾਈਨਸ ਕਰਾਂਗੇ। 750 ਦੀ ਪ੍ਰੋਵੀਜ਼ਨ ਸੀ ਅਤੇ ਬੈਲੈਂਸ ਰਹਿ ਗਿਆ 14,250। ਨੈਕਸਟ ਐਸਟ ਇਜ਼ ਬਿੱਲ ਰਿਸੀਵੇਬਲ। no changes in bill receivables, so we will record at the book value. Stock reduced to rupees 23,000. Furniture and fixtures reduced by rupees 1,000, so it will be recorded 3,000 minus 1,000, it will be 2,000. Land and building appreciated by 20%, 30,000 plus 20%, it will be 36,000. Clear. Now come to liability side. We have given sundry creditors.
value of sundry creditors will be reduced by rupees 1200. It will be 42,800. Clear? Now we have to record the balances of capital account. M, S and new partner is R. We will record the balances that we calculated from capital accounts. 33,100 for M, 21,550, 21,550, 15,000 for R, and total of these three partners will be recorded to the capital accounts. It will be 69,650. Now check any other liability. ਇੱਕ ਦੇਖੋ ਇਹਦੇ ਵਿੱਚ ਸੀਗੀ ਪ੍ਰੋਵੀਜ਼ਨ ਫॉर ਡੈਮੇजेस, ਜਿਹੜੀ ਪਹਿਲਾਂ ਬੁੱਕਸ ਦੇ ਵਿੱਚ ਨਹੀਂ ਦਿੱਤੀ ਸੀ, ਇਹ ਨਿਊ ਲਾਇਬਿਲਿਟੀ ਅਰਾਈਜ਼ ਹੋਈ ਸੀ। ਸੇ ਇਹਨੂੰ ਵੀ ਆਪਾਂ ਲਾਇਬਿਲਿਟੀ ਸਾਈਡ ਤੇ ਰਿਕਾਰਡ ਕਰਾਂਗੇ। ਪ੍ਰੋਵੀਜ਼ਨ ਫॉर ਡੈਮੇजेस 1500 and same will be treated for provision for outstanding electricity bill rupees 300. Clear? I think we have done with all the treatments. Now we will get the total of balance sheet. It will be 1,14,250. 1,14,250. Clear? That's it. Thank you.